सब्सक्राइब करें नेशनल बस और साथ ही दबाएं बेल आइकन। ਉਹਨਾਂ ਦੀ ਲੱਤ ਕੱਟੀ ਹੋਈ ਸੀ, ਉਹਨਾਂ ਨੂੰ ਪੁਲਿਸ ਧੱਕੇ ਨਾਲ ਲੈ ਗਈ। ਸੁਖਬੀਰ ਸਿੰਘ ਬਾਦਲ ਦਾ ਬਿਆਨ। ਪਰਮਿੰਦਰ ਪਿੰਕੀ ਐਮਐਲਏ ਨੇ ਫਿਰੋਜ਼ਪੁਰ ਤੋਂ ਕਾਂਗਰਸ ਪਾਰਟੀ ਦੇ। ਪਿੰਕੀ ਤੋਂ ਐਕਸਪੈਕਟਡ ਹੈ ਕਿ ਪਿੰਕੀ ਸੈਣੀ ਲਈ ਭੱਜ ਦੌੜ ਵੀ ਕਰੂਗਾ। ਸੈਣੀ ਨੂੰ ਉਹਦੇ ਪਾਪਾਂ ਦੀ ਸਜ਼ਾ ਦਵਾ ਕੇ ਹਟਾਉਣਾ। ਜਿਹਨੇ ਮਦਦ ਕਰਨੀ ਹੈ ਕਰ ਲਵੇ। ਸਾਡੀ ਉਮੀਦ ਰੱਬ ਤੇ ਬੱਝੀ ਹੈ। ਸੁਮੇਧ ਸਿੰਘ ਸੈਣੀ ਨੂੰ VIP ਟ੍ਰੀਟਮੈਂਟ ਮਿਲਿਆ ਪੁਲਿਸ ਸਟੇਸ਼ਨ ਦੇ ਵਿੱਚ। ਮੈਂ ਇਮੀਡੀਏਟਲੀ ਇਹਨਾਂ ਨੂੰ 2 ਗਵਾਹ ਦੇਤੇ। ਸੈਣੀ ਬਾਰ-ਬਾਰ ਗੱਲ ਕਰਦਾ ਪੋਲੀਟੀਕਲ ਵੈਂਡੇਟੇ ਦੀ। ਇਹ ਦੂਜਾ ਕੇਸ ਹੈ ਜਿੱਥੇ ਸੁਮੇਧ ਸਿੰਘ ਸੈਣੀ ਬੇਨਕਾਬ ਹੋਇਆ ਹੈ। ਦੱਸੋ ਵੀ ਦਿੱਲੀ ਇਹਦੇ ਤੇ ਕੀ ਕੇਸ ਚੱਲ ਰਿਹਾ, ਔਰ ਉਹ ਬੰਦੇ ਕੇਸ ਤਰੀਕੇ ਮਾਰੇ ਸੀ। ਜਿਵੇਂ ਮੁਲਤਾਨੀ ਦੀ ਕਦੇ ਬੋਡੀ ਨਹੀਂ ਮਿਲੀ, ਉਹ ਲੁਧਿਆਣੇ ਵਾਲੇ ਫੈਮਿਲੀ ਦੀ ਕਦੇ ਬੋਡੀ ਨਹੀਂ ਮਿਲੀ। ਜਿਸ ਫੈਮਿਲੀ ਦਾ ਇੱਕ ਜੀ ਮਾਰਿਆ ਗਿਆ ਹੈ, ਉਸ ਫੈਮਿਲੀ ਨੂੰ ਅੱਜ ਇਹ ਪੁੱਛੋ, ਤੁਹਾਡੇ ਦਰਸ਼ਕ ਇਸ ਸਵਾਲ ਦਾ ਜਵਾਬ ਦੇਣ ਕਿ ਉਸ ਫੈਮਿਲੀ ਨੂੰ ਇਨਸਾਫ ਦਿਵਾਉਣਾ ਵੈਂਡੇਟਾ ਹੈ। ਇਹ 91 ਦਾ, ਉਹ 94 ਦਾ ਹੈ। ਇਹਦਾ ਜਵਾਬ ਤੁਸੀਂ ਕਾਗਜ਼ਾਂ 'ਚ ਨਾ ਲੱਭੋ, ਆਪਣੇ ਦਿਲ ਤੋਂ ਪੁੱਛੋ। ਸੁਮੇਧ ਸਿੰਘ ਸੈਣੀ ਦੀਆਂ ਕੀਤੀਆਂ ਹੋਰ ਤਸ਼ੱਦਦ ਜਿਹੜੀਆਂ ਲੋਕਾਂ ਨਾਲ ਕੀਤੀਆਂ ਨੇ, ਤਸ਼ੱਦਦ ਬਾਹਰ ਆਵੇ। ਸੋ ਇਸ ਕਰਕੇ ਵੈਂਡੇਟਾ ਤੇ ਜਿਹਨੂੰ ਡਾਊਟ ਹੋਵੇ, ਉਹ ਉਹਨਾਂ ਟੱਬਰਾਂ ਨੂੰ ਪੁੱਛੋ ਜਿਨ੍ਹਾਂ ਨੇ ਆਪਣੇ ਜੀ ਗਵਾਏ ਹੈ ਕਿ ਕੀ ਉਹ ਵੈਂਡੇਟਾ ਕਹਿਲਾਊਗਾ ਜੇ ਉਹਨਾਂ ਨੂੰ ਅੱਜ ਇਨਸਾਫ ਦਵਾਈਏ। ਪਰਮਿੰਦਰ ਪਿੰਕੀ MLA ਨੇ ਫਿਰੋਜ਼ਪੁਰ ਤੋਂ ਕਾਂਗਰਸ ਪਾਰਟੀ ਦੇ। ਉਹਨਾਂ ਖਿਲਾਫ ਕਰਮਜੀਤ ਕੌਰ ਨੇ ਸਰਪੰਚ ਫਿਰੋਜ਼ਪੁਰ ਤੋਂ ਹੀ, ਉਹਨਾਂ ਨੇ ਇੱਕ ਕੰਪਲੇਂਟ ਦਿੱਤੀ ਹਾਈ ਕੋਰਟ ਦੇ ਵਿੱਚ, ਔਰ ਹਾਈ ਕੋਰਟ ਨੇ ਉਸ ਦਾ ਸੂ ਮੋਟੋ ਲੈ ਲਿਆ। ਸੂ ਮੋਟੋ ਲੈਣ ਤੋਂ ਬਾਅਦ ਸਰਕਾਰ ਨੂੰ ਨੋਟਿਸ ਇਸ਼ੂ ਕਰਤਾ ਹੈ ਔਰ ਸਰਕਾਰ ਕੋਲੋਂ ਜਵਾਬ ਮੰਗਿਆ ਉਹਨਾਂ ਦੀ ਜੋ ਕੰਪਲੇਂਟ ਹੈ। ਸਾਡੇ ਨਾਲ ਵਕੀਲ ਨੇ ਕਰਮਜੀਤ ਕੌਰ ਦੇ, ਪ੍ਰਦੀਪ ਵਿਰਕ, ਉਹਨਾਂ ਨੂੰ ਪੁੱਛਦੇ ਆ ਵੀ ਇਹ ਮਸਲਾ ਕੀ ਹੈ, ਕੀ ਕਰਮਜੀਤ ਕੌਰ ਨੇ ਹਾਈ ਕੋਰਟ ਦੇ ਵਿੱਚ ਕੰਪਲੇਂਟ ਪਾਈ ਹੈ ਪਰਮਿੰਦਰ ਪਿੰਕੀ ਦੇ ਖਿਲਾਫ। ਵਿਰਕ ਸਾਹਿਬ, ਕੀ ਕੰਪਲੇਂਟ ਹੈ ਤੁਹਾਡੇ ਕਲਾਇੰਟ ਦੀ? ਇਹਦੇ 'ਚ ਇਹ ਹੋਇਆ ਸੀ ਕਿ ਕਰਮਜੀਤ ਕੌਰ ਦੇ ਹਸਬੈਂਡ ਨੂੰ, ਔਰ ਜੋ ਐਲੀਗੇਸ਼ਨ ਉਹਨਾਂ ਨੇ ਲਾਇਆ ਹੈ, ਹਾਈ ਕੋਰਟ ਨੂੰ ਇੱਕ ਈਮੇਲ ਪਾਈ ਕਿ ਉਹਨਾਂ ਦੇ ਹਸਬੈਂਡ ਨੂੰ ਤੇ ਫਾਦਰ ਇਨ ਲਾਅ ਨੂੰ ਪੁਲਿਸ ਨੇ ਝੂਠੇ ਕੇਸ 'ਚ, ਪਹਿਲਾਂ ਹਸਬੈਂਡ ਨੂੰ ਇੰਪਲੀਕੇਟ ਕੀਤਾ ਝੂਠੇ ਕੇਸ, ਫਿਰ ਫਾਦਰ ਇਨ ਲਾਅ ਨੂੰ ਚੁੱਕਣ ਆਈ ਪੁਲਿਸ। ਉਹਨਾਂ ਦੀ ਲੱਤ ਕੱਟੀ ਹੋਈ ਸੀ, ਲੱਤ ਦੇ ਵਿੱਚ ਬਲੀਡਿੰਗ ਹੋਣ ਲੱਗ ਗਈ। ਪਬਲਿਕ ਇਕੱਠੀ ਹੋ ਗਈ ਤੇ ਪੁਲਿਸ ਉਹਨਾਂ ਨੂੰ ਲਿਜਾ ਨਹੀਂ ਸਕੀ। ਲੇਕਿਨ ਫਿਰ ਵੀ ਧੱਕੇ ਨਾਲ ਪੁਲਿਸ ਉਹਨਾਂ ਦੇ ਜਿਹੜੇ ਵੱਡੇ ਬ੍ਰਦਰ ਸੀ, ਮਤਲਬ ਫਾਦਰ ਇਨ ਸਹੁਰੇ ਦੇ ਵੱਡੇ ਬ੍ਰਦਰ ਨੂੰ, ਉਹਨਾਂ ਨੂੰ ਪੁਲਿਸ ਧੱਕੇ ਨਾਲ ਲੈ ਗਈ, ਜੋ ਕਿ ਉਸ ਕੇਸ ਦੇ ਵਿੱਚ ਵੀ ਅਕਿਊਜ਼ ਨਹੀਂ ਸੀ। ਨਾ ਉਸ ਵੇਲੇ ਕੋਈ ਪਰਚਾ ਸੀ, ਨਾ ਕੁਝ ਹੋਰ ਸੀ, ਪਰ ਸਿਰਫ ਪੋਲੀਟੀਕਲ ਰੰਜਿਸ਼ ਕਰਕੇ ਐਲੀਗੇਸ਼ਨ ਹੈ ਕਿ ਪਰਮਿੰਦਰ ਪਿੰਕੀ ਇਹਨਾਂ ਨੂੰ ਹੈਰੈਸ ਕਰ ਰਿਹਾ। ਪਰ ਹੁਣ ਜਿੱਥੇ ਤੱਕ ਉਹ ਐਲੀਗੇਸ਼ਨਸ ਦਾ ਸਵਾਲ ਹੈ, ਉਹ ਅਜੇ ਅਸੀਂ ਕੋਰਟ ਦੇ ਵਿੱਚ ਅਜੇ ਨੋਟਿਸ ਹੋਇਆ ਹੈ, SSP ਨੇ ਜਵਾਬ ਫਾਈਲ ਕੀਤਾ ਹੈ ਔਰ ਕਿਹਾ ਹੈ ਕਿ ਇਨਕੁਆਇਰੀ ਪੈਂਡਿੰਗ ਹੈ। ਅਜੇ ਜਿਹੜਾ ਐਲੀਗੇਸ਼ਨ ਹੈ ਫਾਦਰ ਇਨ ਲਾਅ ਵਾਲਾ ਔਰ ਫਾਦਰ ਇਨ ਲਾਅ ਦੇ ਬ੍ਰਦਰ ਵਾਲਾ, ਉਹ ਮੈਨ ਹੈਂਡਲਿੰਗ ਵਾਲਾ ਜਾਂ ਇਲੀਗਲ ਡਿਟੈਂਸ਼ਨ ਵਾਲਾ, ਉਹਦੇ ਉੱਤੇ ਤਾਂ ਅਜੇ ਅਸੀਂ ਡਾਕੂਮੈਂਟਸ ਵੀ ਦੇਣੇ ਆ ਔਰ ਪੁਲਿਸ ਦੀ ਕੀ ਇਨਕੁਆਇਰੀ ਹੋ ਰਹੀ ਹੈ ਉਹ ਪੈਂਡਿੰਗ ਹੈ। ਸੋ ਇਸ ਕਰਕੇ ਐਟ ਦਿਸ ਸਟੇਜ ਉਹਦੇ ਤੇ ਕੁਝ ਵੀ ਕਹਿਣਾ ਪ੍ਰੀਮੈਚੁਰ ਹੋਊਗਾ। ਪਰਮਿੰਦਰ ਪਿੰਕੀ ਬਾਰੇ ਮੈਂ ਕੁਝ ਗੱਲਾਂ ਤੁਹਾਨੂੰ ਦੱਸਣਾ ਚਾਹੁੰਦਾ ਆਪਣੇ ਦਰਸ਼ਕਾਂ ਨੂੰ ਕਿ 2002 ਦੇ ਵਿੱਚ ਰਵੀ ਸਿੱਧੂ ਦੇ ਘਰ ਰੇਡ ਹੋਈ ਸੀ, ਜਿਹੜੇ ਕਿ PPSC ਦੇ ਚੇਅਰਮੈਨ ਸੀਗੇ, ਔਰ ਉਹਦੇ ਇੱਕ ਕੁਝ ਕਾਗਜ਼ ਮੈਂ ਲੱਭ ਕੇ ਲਿਆਇਆ। ਇਸ ਦੇ ਵਿੱਚ ਬਿਲਕੁਲ ਸਪਸ਼ਟ ਲਿਖਿਆ ਹੋਇਆ ਵਾਟ ਵਾਜ਼ ਪਰਮਿੰਦਰ ਡੂਇੰਗ। ਉਸ ਵੇਲੇ ਪਰਮਿੰਦਰ ਪਿੰਕੀ ਰੇਡ ਦੇ ਦੌਰਾਨ ਉੱਥੇ ਖੜੇ ਸੀ ਔਰ ਕੀ ਕਰ ਰਹੇ ਸੀ, ਇਹ ਸਵਾਲ ਛਪਿਆ। ਔਰ ਨਾ ਕਿ ਉਸ ਵੇਲੇ ਉਹ MLA ਸੀ, ਨਾ ਉਹਨਾਂ ਕੋਲ ਕੋਈ ਪੋਸਟ ਸੀ, ਪਰ ਉਹਨਾਂ ਦੇ ਕਰੀਬੀ ਦੋਸਤ ਸੁਮੇਧ ਸੈਣੀ ਇੰਟੈਲੀਜੈਂਸ ਡਿਪਾਰਟਮੈਂਟ 'ਚ ਲੱਗੇ ਹੋਏ ਸੀਗੇ। ਦੂਸਰਾ ਇੱਕ ਹੈਗਾ ਸੁਖਬੀਰ ਸਿੰਘ ਬਾਦਲ ਦਾ ਬਿਆਨ। ਸੁਖਬੀਰ ਸਿੰਘ ਬਾਦਲ ਤੇ ਐਲੀਗੇਸ਼ਨ ਲੱਗ ਰਹੇ ਸੀ ਔਰ ਸੁਖਬੀਰ ਸਿੰਘ ਬਾਦਲ ਨੂੰ ਬਾਰ-ਬਾਰ ਕਾਂਗਰਸ ਪਾਰਟੀ ਦੇ ਕੁਝ MLA ਗੱਲ ਕਹਿ ਰਹੇ ਸੀ ਕਿ ਜੀ DGP ਸੈਣੀ ਸਾਡੇ ਨਾਲ ਪੋਲੀਟੀਕਲ ਵੈਂਡੇਟਾ ਲੈ ਰਹੇ ਨੇ। ਪਰ ਉਹਨਾਂ ਨੇ ਇਹ ਜਵਾਬ ਦਿੱਤਾ ਕਿ ਤੁਸੀਂ ਬਾਕੀ ਤਾਂ ਕੋਈ ਸ਼ਿਕਾਇਤ ਲਾ ਸਕਦਾ, ਲੇਕਿਨ ਪਰਮਿੰਦਰ ਪਿੰਕੀ ਨਹੀਂ ਲਾ ਸਕਦਾ, ਕਿਉਂਕਿ ਪਰਮਿੰਦਰ ਪਿੰਕੀ ਦੇ ਸੁਮੇਧ ਸਿੰਘ ਸੈਣੀ ਨਾਲ ਭਰਾਵਾਂ ਵਰਗੇ ਰਿਲੇਸ਼ਨ ਹੈ ਔਰ ਉਹਨਾਂ ਦੇ ਬਹੁਤ ਕਰੀਬੀ ਦੋਸਤ ਨੇ। ਵਿਰਕ ਸਾਹਿਬ, ਤੁਹਾਨੂੰ ਲੱਗਦਾ ਹੈ ਕਿ ਪਰਮਿੰਦਰ ਪਿੰਕੀ ਇਹਨਾਂ ਲਈ ਭੱਜ ਨੱਠ ਕਰ ਰਹੇ ਨੇ ਔਰ ਇਹਨਾਂ ਨੂੰ ਬਚਾਉਣ ਦੀ ਕਿਸੇ ਤਰੀਕੇ ਕੋਸ਼ਿਸ਼ ਹੋ ਰਹੀ ਹੈ, ਬਈ
ਕਿਉਂਕਿ ਇਹਨਾਂ ਦੇ ਬੜੇ ਕਰੀਬੀ ਉਹ ਦੋਸਤ ਨੇ। ਇੱਕ ਬੜੀ ਸਿੰਪਲ ਜੀ ਗੱਲ ਹੈ ਜੀ, ਜਦੋਂ ਪਿੰਕੀ ਨੇ ਦੋਸਤੀ ਐਡਮਿਟ ਕੀਤੀ ਹੋਈ ਹੈ ਕਿ ਭਰਾਵਾਂ ਵਰਗੀ ਦੋਸਤੀ ਹੈ, ਤੇ ਕਾਮਨ ਸੈਂਸ ਤਾਂ ਇਹੀ ਕਹਿੰਦੀ ਹੈ ਕਿ ਪਿੰਕੀ ਤੋਂ ਐਕਸਪੈਕਟਡ ਹੈ ਕਿ ਪਿੰਕੀ ਸੈਨੀ ਲਈ ਭੱਜ ਦੌੜ ਵੀ ਕਰੂਗਾ ਔਰ ਹਰ ਕੋਸ਼ਿਸ਼ ਸੰਭਵ ਅਸੰਭਵ ਕੋਸ਼ਿਸ਼ ਜਿਹਨੂੰ ਕਹਿੰਦੇ ਆ ਉਹ ਕਰੂਗਾ ਕਿ ਸੈਨੀ ਨੂੰ ਉਹ ਬਚਾ ਸਕੇ। ਲੇਕਿਨ ਮੈਂ ਫਿਰ ਦਰਸ਼ਕਾਂ ਨੂੰ ਆਹੀ ਗੱਲ ਕਹਿਣੀ ਚਾਹਾਂਗਾ ਜੋ ਮੈਂ ਹਰ ਇੰਟਰਵਿਊ 'ਚ ਕਹਿਣਾ ਕਿ ਜਿਹਨੇ ਮਦਦ ਕਰਨੀ ਹੈ ਕਰ ਲਵੇ, ਸਾਡੀ ਉਮੀਦ ਰੱਬ ਤੇ ਵੱਜੀ ਹੈ। ਕਹਿੰਦੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜੇ। ਸੋ ਪਿੰਕੀ ਵਰਗਿਆਂ ਨੇ ਜਿਹਦੇ ਨਾਲ ਨਿਭਾਉਣੀ ਹੈ ਨਿਭਾ ਲੈਣ, ਇਹਦੇ ਸਾਥੀਆਂ ਨੇ ਜਿਹਦੇ ਨਾਲ ਨਿਭਾਉਣੀ ਹੈ ਨਿਭਾ ਲੈਣ। ਮੈਨੂੰ ਯਕੀਨ ਹੈ ਮੇਰੇ ਰੱਬ ਦੇ ਉੱਤੇ, ਸੈਨੀ ਨੂੰ ਉਹਦੇ ਪਾਪਾਂ ਦੀ ਸਜ਼ਾ ਦਵਾ ਕੇ ਹਟਾਂਗਾ ਮੈਂ। ਇਹ ਚੀਜ਼ ਕੋਈ ਦੋ ਰਾਏ ਨਹੀਂ, ਜਿੰਨੀ ਮਰਜ਼ੀ ਪਿੰਕੀ ਜਾਂ ਕੋਈ ਹੋਰ ਹੈਲਪ ਕਰ ਲੇ। ਮੇਰੇ ਕੋਲ ਕੋਈ ਪ੍ਰੂਫ ਨਹੀਂ ਹੈ ਕਿ ਪਿੰਕੀ ਹੈਲਪ ਕਰ ਰਿਹਾ, ਪਰ ਜਦੋਂ ਇੰਨੀ ਦੋਸਤੀ ਐਡਮਿਟਡ ਹੈ ਤਾਂ ਜ਼ਰੂਰ ਕਰ ਰਿਹਾ ਹੋਊਗਾ। ਬਟ ਹੀ ਇਜ਼ ਮੋਸਟ ਵੈਲਕਮ ਟੂ ਗੋ ਹੈਡ। ਮੈਂ ਉਸ ਚੀਜ਼ ਤੋਂ ਨਾ ਪਿੱਛੇ ਹਟਾਂਗਾ, ਨਾ ਡਰਾਂਗਾ, ਨਾ ਮੇਰੀ ਮਿਹਨਤ 'ਚ ਕਮੀ ਆਊਗੀ ਕਦੇ। ਸੁਮੇਧ ਸਿੰਘ ਸੈਣੀ ਨੂੰ VIP ਟ੍ਰੀਟਮੈਂਟ ਮਿਲਿਆ ਪੁਲਿਸ ਸਟੇਸ਼ਨ ਦੇ ਵਿੱਚ, ਮਟੌਰ ਪੁਲਿਸ ਸਟੇਸ਼ਨ ਦੇ ਵਿੱਚ। ਵਕੀਲ ਉੱਥੇ ਅਲਾਓ ਕਰਤੇ ਇਹਨਾਂ ਨੇ ਜਾਣੇ ਨਾਲ। ਉਸ ਤੋਂ ਬਾਅਦ ਸਿਗਰਟ ਉਹਨੂੰ ਉੱਥੇ ਪੀਣ ਦਿੱਤੀ। ਉਸ ਤੋਂ ਬਾਅਦ ਉਹਨਾਂ ਨੂੰ ਰੋਟੀ ਉੱਥੇ ਸਰਵ ਕੀਤੀ। ਫਿਰ ਉਸ ਤੋਂ ਬਾਅਦ ਉਹਨਾਂ ਨੂੰ ਰਿਸੀਵ ਕਰਨ ਲਈ ਗੱਡੀਆਂ ਅੰਦਰ ਭੇਜਤੀਆਂ ਤੇ ਫਿਰ ਇੱਕ DSP ਬਾਹਰ ਤੱਕ ਛੱਡਣ ਆਉਂਦਾ ਹੈ। ਇਹ ਸਾਰੀਆਂ ਚੀਜ਼ਾਂ ਆਲਰੇਡੀ ਮੀਡੀਆ 'ਚ ਆ ਚੁੱਕੀਆਂ ਨੇ ਔਰ ਇਸ ਚੀਜ਼ ਦਾ ਜਵਾਬ ਹਾਲੇ ਤੱਕ ਲੋਕਾਂ ਨੂੰ ਨਹੀਂ ਮਿਲਿਆ। ਅਸੀਂ ਹੋਰ ਵੀ ਜਿਹੜੇ ਤੁਹਾਡੇ ਸਪੈਸ਼ਲ PP ਨੇ ਉਹਨਾਂ ਨੂੰ ਪੁੱਛਿਆ ਸੀ, ਉਹ ਕਹਿੰਦੇ ਜੀ ਮੈਨੂੰ ਹਾਲੇ ਤੱਕ ਕੋਈ ਅਪਡੇਟ ਨਹੀਂ ਹੈ ਇਸ ਚੀਜ਼ ਦੀ। ਹੋ ਸਕਦਾ ਉਹਨਾਂ ਨੂੰ ਨਾ ਹੋਵੇ ਅਪਡੇਟ। ਤੁਹਾਡਾ ਇਹਦੇ ਬਾਰੇ ਕੀ ਕਹਿਣਾ? SIT ਦਾ ਜੀ, ਨਾ ਤਾਂ ਮੈਂ SIT ਤੇ ਰਿਲਾਈ ਅਪਨ ਕਰਕੇ ਕਰ ਰਿਹਾ ਕੋਈ ਵੀ ਕੰਮ। ਐਜ਼ ਅ ਲਾਇਰ ਮੇਰਾ ਕੰਮ ਇਹ ਹੁੰਦਾ ਹੈ ਕਿ ਜੇ ਤਫਤੀਸ਼ ਦੇ ਵਿੱਚ ਕੋਈ ਕਮੀਆਂ ਰਹਿ ਜਾਂਦੀਆਂ, ਸੋ ਕੰਪਲੇਨੈਂਟ ਦਾ ਲਾਇਰ ਹੋਣ ਦੇ ਨਾਤੇ ਮੈਂ ਕੋਰਟ ਦੇ ਵਿੱਚ ਉਹ ਪੂਰੀਆਂ ਕਰਨੀਆਂ ਹੁੰਦੀਆਂ। ਮੈਂ ਇੱਥੇ ਵੀ ਉਹੀ ਕੋਸ਼ਿਸ਼ ਕਰ ਰਿਹਾ। ਹੁਣ ਮੰਨ ਲਓ ਸ਼ੁਰੂ ਦੇ ਵਿੱਚ ਮੇਰਾ ਓਪੀਨੀਅਨ ਐਜ਼ ਅ ਲਾਇਰ ਹੈ, ਠੀਕ ਹੈ, ਪੁਲਿਸ ਨੇ ਪਰਚਾ 302 'ਚ ਨਹੀਂ ਕੀਤਾ, ਹਾਲਾਂਕਿ ਮੁਲਤਾਨੀ ਦੇ ਕਤਲ ਦਾ ਕੇਸ ਸੀ, ਕਸਟੋਡੀਅਲ ਡੈਥ ਸੀ, 302 ਲੱਗਦੀ ਸੀ, ਉਹਨਾਂ ਨੇ ਨਹੀਂ ਲਾਈ, ਅਲਟੀਮੇਟਲੀ ਕੋਰਟ ਵੱਲੋਂ ਲੱਗ ਗਈ। ਸੋ ਕਿਤੇ ਨਾ ਕਿਤੇ ਅਸੀਂ ਦੇਖੀਏ ਅਪਰੂਵਰ ਬਣ ਗਏ, ਗਵਾਹ ਅੱਗੇ ਆ ਗਏ। ਹੁਣ ਜਿੱਥੇ ਪੁਲਿਸ ਕਹਿ ਰਹੀ ਸੀ ਪਹਿਲੇ ਦਿਨ, ਪ੍ਰੋਸੀਕਿਊਸ਼ਨ ਨੇ ਕੋਰਟ ਦੇ ਵਿੱਚ ਸਟੇਟਮੈਂਟ ਦਿੱਤੀ ਸੀ ਜੀ ਅਸੀਂ ਅਜੇ ਤਾਂ ਪਰਚਾ ਹੋਇਆ ਹੈ, 5 ਦਿਨਾਂ 'ਚ ਸੈਣੀ ਨੇ ਜਾਂ 3 ਦਿਨਾਂ 'ਚ ਸੈਣੀ ਨੇ ਐਂਟੀਸਪੇਟਰੀ ਬੇਲ ਲਾਤੀ ਤੇ ਸਾਡੇ ਕੋਲ ਕੋਈ ਵੀ ਗਵਾਹ ਨਹੀਂ ਅੱਗੇ ਆਇਆ। ਮੈਂ ਇਮੀਡੀਏਟਲੀ ਇਹਨਾਂ ਨੂੰ 2 ਗਵਾਹ ਦੇਤੇ, ਕਿਉਂਕਿ ਮੈਂ ਪਹਿਲਾਂ ਕੇਸ ਦੇ ਵਿੱਚ ਲਾਇਰ ਰਿਹਾ ਸੀ, ਮੈਨੂੰ ਪਤਾ ਸੀ ਉਹਨਾਂ ਗਵਾਹਾਂ ਬਾਰੇ। ਉਸ ਤੋਂ ਇਲਾਵਾ ਹੋਰ ਵੀ ਜਿਹੜੇ ਵਿਟਨੈਸਿਸ ਅੱਗੇ ਮੈਂ ਲਿਆ ਸਕਦਾ ਸੀ ਮੈਂ ਲਿਆਤੇ। ਜਿਨ੍ਹਾਂ ਨੇ ਮੈਨੂੰ ਅਪਰੋਚ ਕੀਤਾ ਉਹਨਾਂ ਨੂੰ SIT ਕੋਲ ਭੇਜਤਾ। ਸੋ ਇਹੋ ਜਿਹੀਆਂ ਚੀਜ਼ਾਂ ਕਰਕੇ ਮੈਂ ਐਜ਼ ਅ ਲਾਇਰ ਜੋ ਕਰ ਸਕਦਾ, ਕੋਰਟ ਦੇ ਵਿੱਚ ਆਰਗੂਮੈਂਟਸ ਵੀ ਔਰ ਬਾਕੀ ਚੀਜ਼ਾਂ ਵੀ ਉਹ ਕਰ ਰਿਹਾ। ਰਹੀ ਗੱਲ SIT ਦੇ ਕੰਡਕਟ ਦੀ, ਨਾ ਮੈਂ ਉਹਨਾਂ ਤੇ ਰਿਲਾਈ ਅਪਨ ਕਰਦਾ, ਨਾ ਮੈਂ ਉਹਦੀ ਕੋਈ ਜਵਾਬਦਾਰੀ ਮਤਲਬ ਕੋਈ ਜਵਾਬ ਉਹਦਾ ਦੇ ਸਕਦਾ। ਇਹ ਜਵਾਬਦਾਰੀ SIT ਦੀ ਹੈ ਵੀ ਜੇ ਪਬਲਿਕ ਪਲੇਸ ਦੇ ਵਿੱਚ ਉਹਨੇ ਸਮੋਕ ਕੀਤਾ ਹੈ, ਕਿਉਂ ਕੀਤਾ ਹੈ। ਜੇ ਉਹਨੂੰ ਰੋਟੀ ਖਵਾਈ ਗਈ ਹੈ, ਉਹ ਆਪ ਆਪਣੀ ਰੋਟੀ ਨਹੀਂ ਲੈ ਕੇ ਆਇਆ ਜਾਂ ਰੋਟੀ ਲਈ ਬਾਹਰ ਨਹੀਂ ਗਿਆ, ਉਹਦਾ ਜਵਾਬ SIT ਵਾਲੇ ਦੇ ਸਕਦੇ ਹੈ। ਜਾਂ ਬਾਕੀ ਉਹਨੂੰ ਕਿਉਂ ਟ੍ਰੀਟਮੈਂਟ VIP ਟ੍ਰੀਟਮੈਂਟ ਦਿੱਤਾ ਗਿਆ ਉਹ ਮੈਨੂੰ ਨਹੀਂ ਪਤਾ। ਮੈਨੂੰ ਉਸ ਚੀਜ਼ ਬਾਰੇ ਨਾ ਨੌਲੇਜ ਹੈ, ਨਾ ਮੈਂ ਉਸ ਚੀਜ਼ 'ਤੇ ਕਮੈਂਟ ਕਰ ਸਕਦਾ। ਮੇਰੀ ਮਿਹਨਤ SIT ਦੀ ਮਿਹਨਤ 'ਤੇ ਡਿਪੈਂਡੈਂਟ ਨਹੀਂ ਹੈ। ਮੇਰਾ ਆਪਣਾ ਰਸਤਾ ਹੈ, ਮੈਂ ਉਹਦੇ 'ਤੇ ਚੱਲ ਰਿਹਾ ਔਰ ਜੋ ਵੀ ਹੋ ਰਿਹਾ ਉਹਦੇ ਵਿੱਚ ਮੈਂ ਆਪਣੇ ਵੱਲੋਂ ਪੂਰੀ ਮਿਹਨਤ ਕਰਕੇ ਕੇਸ ਨੂੰ ਸਟਰੈਂਥਨ ਕਰ ਰਿਹਾ। ਵਿਰਕ ਸਾਹਿਬ, ਸੈਣੀ ਬਾਰ-ਬਾਰ ਗੱਲ ਕਰਦਾ ਪੋਲੀਟੀਕਲ ਵੈਂਡੇਟੇ ਦੀ, ਜਦ ਕਿ ਪਿੰਕੀ ਵਰਗੇ ਦੋਸਤ ਉਹਦੇ ਨਾਲ ਨੇ, ਕਾਂਗਰਸ ਪਾਰਟੀ ਦੇ ਸਿਟਿੰਗ MLA ਨੇ ਔਰ ਕਰੀਬੀ ਦੋਸਤ ਨੇ, ਉਹ ਐਡਮਿਟ ਵੀ ਕਰ ਚੁੱਕੇ ਨੇ ਵੀ ਅਸੀਂ ਕਰੀਬੀ ਦੋਸਤ ਹਾਂ, ਭਰਾਵਾਂ ਵਰਗੇ ਨੇ। ਤੇ ਇੱਥੇ ਮੈਨੂੰ ਪੋਲੀਟੀਕਲ ਵੈਂਡੇਟਾ ਕਿਤੇ ਨਜ਼ਰ ਨਹੀਂ ਆ ਰਿਹਾ, ਕਿਉਂਕਿ ਜਿਹੜੀ FIR ਹੈ ਉਹ ਕਾਫੀ ਦੇਰ ਬਾਅਦ ਇਸ 'ਤੇ ਰਜਿਸਟਰ ਹੋਈ ਹੈ। ਤੇ ਇਹ ਕਿਵੇਂ ਤੁਸੀਂ ਦੇਖਦੇ ਹੋ ਇਸ ਗੱਲ ਨੂੰ ਵੀ ਉਹ ਪੋਲੀਟੀਕਲ ਵੈਂਡੇਟਾ ਕਿਉਂ ਕਹਿ ਰਿਹਾ? ਦੇਖੋ, ਸੈਣੀ ਦੀ ਇੱਕ ਆਦਤ ਹੈ, ਬੜੀ ਸਾਫ਼ ਜੀ ਗੱਲ ਹੈ, ਉਹਨੇ ਇੱਕ ਹਾਈਪ ਕ੍ਰੀਏਟ ਕਰਨੀ ਹੁੰਦੀ ਹੈ, ਇੱਕ ਔਰਾ ਕ੍ਰੀਏਟ ਕਰਨਾ ਹੁੰਦਾ ਕਿ ਜੀ ਮੈਂ ਤੇ ਬਹੁਤ ਵੱਡੇ ਕੰਮ ਕੀਤੇ ਹੈ, ਮੈਂ ਬੜਾ ਅਪਰਾਈਟ ਆਫਿਸਰ ਰਿਹਾ। ਇਸ ਕੇਸ ਦੀ ਸਭ ਤੋਂ ਵੱਡੀ ਰੈਲੇਵੈਂਸ ਇਹ ਹੈ, ਇਹ ਦੂਜਾ ਕੇਸ ਹੈ ਜਿੱਥੇ ਸੁਮੇਧ ਸਿੰਘ ਸੈਣੀ ਬੇਨਕਾਬ ਹੋਇਆ ਹੈ। ਪਹਿਲਾ ਕੇਸ ਹੈ ਜਿਹਦੇ ਵਿੱਚ ਉਹ ਦਿੱਲੀ ਟ੍ਰਾਇਲ ਫੇਸ ਕਰ ਰਿਹਾ ਹੈ। ਜਿਹੜੇ ਪੰਜਾਬ ਦੇ ਵਿੱਚ ਜਾਂ ਅਬਰੋਡ ਜਿਹੜੇ ਪੰਜਾਬੀ ਨੇ ਜਾਂ ਦਰਸ਼ਕ ਨੇ ਤੁਹਾਡੇ, ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿਉਂਕਿ ਟ੍ਰਾਇਲ ਦਿੱਲੀ ਚੱਲ ਰਿਹਾ ਹੈ। ਸੋ ਉਹਦੇ ਸਟੇਟਸ ਜਾਂ ਉਹਦੇ ਅਪਡੇਟਸ ਇਹਨਾਂ ਕੋਲ ਨਹੀਂ ਹੈ। ਮੈਂ ਇੱਥੇ ਵਿੱਚ ਤੁਹਾਨੂੰ ਰੋਕ ਰਿਹਾ, ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਦਿੱਲੀ ਦੇ ਕੇਸ ਬਾਰੇ
ਦੱਸੋ ਵੀ ਦਿੱਲੀ ਇਹਦੇ ਤੇ ਕੀ ਕੇਸ ਚੱਲ ਰਿਹਾ ਔਰ ਉਹ ਬੰਦੇ ਕਿਸ ਤਰੀਕੇ ਮਾਰੇ ਸੀ ਔਰ ਇਹਨੇ ਕਿਵੇਂ ਤਸ਼ੱਦਦ ਦੇ ਕੇ ਮਾਰੇ? ਸੁਮੇਧ ਸਿੰਘ ਸੈਣੀ ਦੀ ਸਿਸਟਰ ਦਾ ਜਿਹੜਾ ਹਸਬੈਂਡ ਸੀ ਉਹਦੇ ਨਾਲ ਉਹਦੇ ਡਿਫਰੈਂਸਸ ਆ ਗਏ। ਇਹਦੀ ਸਿਸਟਰ ਦਾ ਮੈਟਰੀਮੋਨੀਅਲ ਡਿਸਪਿਊਟ ਸੀ, ਰੀਅਲ ਸਿਸਟਰ ਦਾ। ਸੁਮੇਧ ਸੈਣੀ ਨੇ ਉਹ ਫੈਮਿਲੀ FIRs ਉਹਨਾਂ ਤੇ ਝੂਠੀਆਂ ਕਰਵਾਈਆਂ। ਜਦੋਂ ਉਹਨਾਂ ਤੇ ਪਰਚੇ ਹੋ ਗਏ, ਉਹਨਾਂ ਨੂੰ ਫਾਈਨੈਂਸ਼ੀਅਲੀ ਖਤਮ ਕੀਤਾ। ਉਹਨਾਂ ਦੇ ਜਿਹੜੇ ਫਾਈਨੈਂਸਸ ਸੀਗੇ ਉਹ ਵਾਲੀਆ ਫੈਮਿਲੀ ਸੀ, ਉਹ ਇੱਕ ਹਿੰਦੂ ਫੈਮਿਲੀ ਸੀ। ਹਿੰਦੂ ਮੈਂ ਇੱਥੇ ਰੈਲੇਵੈਂਸ ਕਿਉਂ ਦੇ ਰਿਹਾ, ਬਿਕੋਜ਼ ਸੁਮੇਧ ਸਿੰਘ ਸੈਣੀ ਕਲੇਮ ਕਰਦਾ ਕਿ ਜੀ ਮੈਂ ਸਿੱਖ ਅੱਤਵਾਦੀ ਮਾਰੇ, ਜੋ ਕਿ ਬਿਲਕੁਲ ਗਲਤ ਹੈ। ਪਹਿਲੀ ਗੱਲ, ਅੱਤਵਾਦੀ ਮਾਰਨ ਦਾ ਵੀ ਉਹਨੂੰ ਕਸਟਡੀ ਦੇ ਵਿੱਚ ਲੈ ਕੇ ਅੱਤਵਾਦੀ ਮਾਰਨ ਦਾ ਹੱਕ ਨਹੀਂ ਸੀ। ਇਲੀਗਲੀ ਡਿਟੇਨ ਕਰਨ ਦਾ ਕਿਸੇ ਨੂੰ ਹੱਕ ਨਹੀਂ ਸੀ, ਔਰ ਉਹਦੇ ਉੱਤੋਂ ਫੇਕ ਐਨਕਾਊਂਟਰ ਕਰਨ ਦਾ ਹੱਕ ਨਹੀਂ ਸੀ। ਇੱਥੇ ਤਾਂ ਉਹਨੇ ਇਨੋਸੈਂਟ ਲੋਕ ਚੁੱਕੇ ਆ, ਉਹਨਾਂ ਤੇ ਫੇਕ ਕੇਸਿਸ ਪਲਾਂਟ ਕੀਤੇ, ਉਹਨਾਂ ਨੂੰ ਟੈਰਰਿਸਟ ਸ਼ੋ ਕੀਤਾ ਔਰ ਐਲੀਮੀਨੇਟ ਕੀਤਾ। ਇਹ ਕੇਸ ਵੀ ਉਹੋ ਜਿਹਾ ਹੈ ਜਿੱਥੇ ਸੁਮੇਧ ਸਿੰਘ ਸੈਣੀ ਨੇ ਅਸ਼ੋਕ ਕੁਮਾਰ, ਵਿਨੋਦ ਕੁਮਾਰ ਐਂਡ ਉਹਦੇ ਜੀਜੇ ਅਸ਼ੋਕ ਕੁਮਾਰ ਨੂੰ ਔਰ ਉਹਨਾਂ ਦੇ ਡਰਾਈਵਰ ਮੁਖਤਿਆਰ ਨੂੰ ਐਲੀਮੀਨੇਟ ਕੀਤਾ, ਬਿਕੋਜ਼ ਉਹ ਸੁਮੇਧ ਸਿੰਘ ਸੈਣੀ ਦੇ ਖਿਲਾਫ ਝੁਕਣ ਤੋਂ ਮੁੱਕਰ ਗਏ। ਉਹਨਾਂ ਨੇ ਸੁਮੇਧ ਸਿੰਘ ਸੈਣੀ ਨੇ ਜਦੋਂ ਉਹਨਾਂ ਨੂੰ ਕਿਹਾ ਕਿ ਫਾਈਨੈਂਸ ਨਾ ਕਰੋ, ਉਹਨਾਂ ਨੇ ਕਿਹਾ ਜੀ ਸਾਡਾ ਬਿਜ਼ਨਸ ਹੈ ਫਾਈਨੈਂਸ ਕਰਨਾ, ਸੋ ਅਸੀਂ ਸੈਣੀ ਮੋਟਰਸ ਵਾਲਿਆਂ ਨੂੰ ਫਾਈਨੈਂਸ ਕਰਾਂਗੇ। ਉਹਨਾਂ ਨੂੰ ਝੂਠੇ ਪਰਚਿਆਂ 'ਚ ਲਪੇਟਿਆ। ਜਦੋਂ ਉਹਨਾਂ ਨੇ ਅੱਗਿਓਂ ਕੋਰਟ ਦਾ ਬੂਹਾ ਖੜਕਾਇਆ ਤੇ ਜਸਟਿਸ ਝਾਂਜੀ ਜਿਹੜਿਆਂ ਨੇ ਉਹ ਕੇਸ CBI ਨੂੰ ਟ੍ਰਾਂਸਫਰ ਕੀਤਾ, ਸੈਣੀ ਨੇ ਨਿਹੰਗ ਅਜੀਤ ਸਿੰਘ ਪੁੱਲਾ ਦੇ ਥਰੂ ਔਰ ਵੈਸੇ ਵੀ ਧਮਕੀਆਂ ਦੇ ਕੇ ਉਹਨਾਂ ਨੂੰ ਇੰਟੀਮੀਡੇਟ ਕਰਵਾਇਆ। ਜਦੋਂ ਕੇਸ CBI ਕੋਲ ਗਿਆ, ਫਾਈਨਲੀ ਸੁਪਰੀਮ ਕੋਰਟ ਨੇ ਇਹ ਟ੍ਰਾਇਲ ਦਿੱਲੀ ਟ੍ਰਾਂਸਫਰ ਕੀਤੀ। ਸੋ ਐਵੀਡੈਂਟਲੀ ਸੈਣੀ ਦਾ ਇਨਫਲੂਐਂਸ ਇੰਨਾ ਸੀ ਕਿ ਉਹ ਦਿੱਲੀ ਟ੍ਰਾਇਲ ਟ੍ਰਾਂਸਫਰ ਹੋਈ ਔਰ ਉਹਦੇ ਵਿੱਚ ਵੀ ਇਹ ਗਵਾਹਾਂ ਤੇ ਪੂਰਾ ਪ੍ਰੈਸ਼ਰ ਪਾ ਰਿਹਾ ਹੈ। ਇਹਨੇ ਕਾਫੀ ਡਾਕੂਮੈਂਟਸ ਨੂੰ ਲੈ ਕੇ ਵੀ, ਜਿਹੜੇ ਇਹਨੇ ਡਾਕੂਮੈਂਟਸ ਗਾਇਬ ਕੀਤੇ ਆ ਜਾਂ ਫੈਬਰੀਕੇਟ ਕੀਤੇ, ਉਹਨਾਂ ਨੂੰ ਲੈ ਕੇ ਵੀ ਕਾਫੀ ਐਪਲੀਕੇਸ਼ਨਸ ਉੱਥੇ ਪੈਂਡਿੰਗ ਨੇ। ਹੁਣ ਉਸ ਕੇਸ ਦੇ ਵਿੱਚ ਸੁਮੇਧ ਸਿੰਘ ਸੈਣੀ ਟ੍ਰਾਇਲ ਫੇਸ ਕਰ ਰਿਹਾ ਹੈ ਕਿ ਇਹਨੇ ਪਰਸਨਲ ਐਨਿਮਿਟੀ ਕਰਕੇ ਉਹ ਬੰਦੇ ਐਲੀਮੀਨੇਟ ਕੀਤੇ ਆ। ਐਗਜ਼ੈਕਟਲੀ ਉਹੋ ਜਿਹਾ ਕੇਸ ਹੀ ਮੁਲਤਾਨੀ ਨਾਲ ਹੈ ਕਿ ਮੁਲਤਾਨੀ ਦੇ ਉੱਤੇ ਕਦੇ ਵੀ ਕੋਈ ਕੇਸ ਨਹੀਂ ਸੀ, ਸਡਨਲੀ ਮੁਲਤਾਨੀ ਨੂੰ ਇੱਕ ਕ੍ਰਿਮੀਨਲ ਬਣਾ ਦਿੱਤਾ ਜਾਂਦਾ ਹੈ। ਔਰ ਕ੍ਰਿਮੀਨਲ ਵੀ ਜਦੋਂ ਸੁਮੇਧ ਸਿੰਘ ਸੈਣੀ ਨੇ ਉਹਨੂੰ ਕਸਟਡੀ 'ਚ ਲੈ ਕੇ ਟੌਰਚਰ ਕਰਕੇ ਐਲੀਮੀਨੇਟ ਕੀਤਾ। ਜਿਵੇਂ ਮੁਲਤਾਨੀ ਦੀ ਕਦੇ ਬੋਡੀ ਨਹੀਂ ਮਿਲੀ, ਉਹ ਲੁਧਿਆਣੇ ਵਾਲੇ ਫੈਮਿਲੀ ਦੀ ਕਦੇ ਬੋਡੀ ਨਹੀਂ ਮਿਲੀ। ਮੁਲਤਾਨੀ ਦਾ ਕੇਸ ਟ੍ਰਾਂਸਫਰ ਕੀਤਾ ਸੀ ਜਸਟਿਸ ਮਹਿਤਾਬ ਸਿੰਘ ਗਿੱਲ ਨੇ। ਸੈਣੀ ਨੇ ਟੈਲੀਫੋਨ ਰਿਕਾਰਡਿੰਗਸ ਕੀਤੀਆਂ ਹਾਈ ਕੋਰਟ ਜੱਜਸ ਦੀਆਂ, ਜਿਹਦੇ ਵਿੱਚ ਜਸਟਿਸ ਤੀਰਥ ਸਿੰਘ ਠਾਕੁਰ ਨੇ ਇਹ ਗੱਲ ਸਪੈਸੀਫਿਕਲੀ ਮੈਂਸ਼ਨ ਕੀਤੀ ਹੈ ਕਿ ਸੁਮੇਧ ਸਿੰਘ ਸੈਣੀ ਦਾ ਕੇਸ ਜਸਟਿਸ ਮਹਿਤਾਬ ਸਿੰਘ ਗਿੱਲ ਕੋਲ ਚੱਲ ਰਿਹਾ ਸੀ। ਉਹ ਆਹੀ ਕੇਸ ਸੀ। ਇਹ 2007-8 ਦੀ ਗੱਲ ਹੈ। 9 ਦੇ ਵਿੱਚ ਆ ਚਿੱਠੀ ਆਈ ਸੀ, 2008 ਦੇ ਵਿੱਚ ਆ ਚਿੱਠੀ ਆਈ ਸੀ। ਸੋ ਹੁਣ ਜੇ ਅਸੀਂ ਟੋਟੈਲਿਟੀ ਲਈਏ, ਤੁਸੀਂ ਵੈਂਡੇਟਾ ਦੀ ਗੱਲ ਕਰ ਰਹੇ ਹੋ, ਸੁਮੇਧ ਸਿੰਘ ਸੈਣੀ ਝੂਠ ਮਾਰ ਕੇ ਇੱਕ ਔਰਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਮੈਂ ਬੜੇ ਵੱਡੇ ਕੰਮ ਕੀਤੇ ਆ ਤੇ ਵੱਡੀਆਂ ਫੋਰਸਿਸ ਮੇਰੇ ਉੱਤੇ ਚੱਲ ਰਹੀਆਂ, ਤਾਂ ਕਿ ਕਦੇ ਵੀ ਤਫਤੀਸ਼ ਹੋ ਕੇ ਸੱਚਾਈ ਨਾ ਬਾਹਰ ਆ ਸਕੇ। ਮੈਂ ਇੱਕ ਛੋਟੀ ਜਿਹੀ ਗੱਲ ਪੁੱਛਦਾ, ਇੱਕ ਫੈਮਿਲੀ 29 ਸਾਲਾਂ ਤੋਂ ਇਨਸਾਫ ਦੀ ਉਡੀਕ 'ਚ ਬੈਠੀ ਹੈ। ਉਹਨਾਂ ਨੇ ਸੱਚਾਈ ਵੀ ਸਾਹਮਣੇ ਲਿਆਂਦੀ, ਕੋਰਟ ਨੇ ਉਹਨਾਂ ਨੂੰ, ਮਤਲਬ ਕਦੇ ਵੀ ਕੋਰਟ ਜੇ FIR ਕੁਐਸ਼ ਕਰਦੀ ਹੈ ਤੇ ਕੋਰਟ ਦੁਬਾਰਾ FIR ਕਰਕੇ ਪ੍ਰੋਸੈਸ ਆਫ ਲਾਅ ਇਨੀਸ਼ੀਏਟ ਕਰਨ ਦੀ ਲਿਬਰਟੀ ਨਹੀਂ ਦਿੰਦੀ। ਇਸ ਕੇਸ 'ਚ ਕਿਉਂ ਦਿੱਤੀ ਗਈ? ਕਿਉਂਕਿ ਕੋਰਟ ਨੂੰ ਵੀ ਪਤਾ ਸੀ ਇਸ ਗੱਲ ਦਾ ਕਿ ਇੱਥੇ ਕੁਛ ਨਾ ਕੁਛ ਹੋਇਆ ਹੈ। ਉਹਨਾਂ ਨੇ ਤਫਤੀਸ਼ ਨੂੰ ਮੈਰਿਟ ਦੇ ਉੱਤੇ ਨਹੀਂ ਟੱਚ ਕੀਤਾ। ਹੁਣ ਜੇ ਆਪਾਂ ਇਹ ਗੱਲ ਕਰੀਏ ਵੈਂਡੇਟਾ ਹੈ, ਤੇ ਜਿਸ ਫੈਮਿਲੀ ਦਾ ਮੈਂਬਰ ਨੂੰ, ਜਿਸ ਫੈਮਿਲੀ ਦਾ ਇੱਕ ਜੀ ਮਾਰਿਆ ਗਿਆ ਹੈ, ਉਸ ਫੈਮਿਲੀ ਨੂੰ ਅੱਜ ਇਹ ਪੁੱਛੋ, ਤੁਹਾਡੇ ਦਰਸ਼ਕ ਇਸ ਸਵਾਲ ਦਾ ਜਵਾਬ ਦੇਣ ਕਿ ਉਸ ਫੈਮਿਲੀ ਨੂੰ ਇਨਸਾਫ ਦਿਵਾਉਣਾ ਵੈਂਡੇਟਾ ਹੈ? ਜੇ ਸਾਡੇ 'ਚੋਂ ਕਿਸੇ ਦਾ ਫੈਮਿਲੀ ਮੈਂਬਰ ਮਾਰਿਆ ਜਾਵੇ ਔਰ ਉਹਦੇ ਇਨਸਾਫ ਦੇ ਲਈ ਲੜਾਈ ਲੜਨੀ ਪਵੇ, ਲੰਬੀ ਲੜਾਈ ਲੜਨੀ ਪਵੇ, ਹਿੰਮਤ ਬਿਨਾ ਹਾਰੇ ਬਿਨਾ ਟੁੱਟਿਆਂ ਲੜਨੀ ਪਵੇ, ਤੇ ਕੀ ਉਹ ਵੈਂਡੇਟਾ ਕਹਿਲਾਊਗਾ? ਜਿਹੜਾ ਦਿੱਲੀ ਕੇਸ ਚੱਲ ਰਿਹਾ ਸੁਮੇਧ ਸੈਣੀ ਤੇ, ਉਹ ਵੀ 94 ਦਾ ਹੈ, ਇਹ 91 ਦਾ, ਉਹ 94 ਦਾ ਹੈ। ਉਹਦੇ ਵਿੱਚ ਵੀ ਸੁਮੇਧ ਸਿੰਘ ਸੈਣੀ ਇਸੇ ਤਰ੍ਹਾਂ ਬੇਨਕਾਬ ਹੋਇਆ। ਉਹ ਵੀ 26 ਸਾਲ ਪੁਰਾਣਾ ਕੇਸ ਹੈ। ਉੱਥੇ ਸੁਮੇਧ ਸੈਣੀ ਕਹਿੰਦਾ ਜੀ CBI ਮੇਰੇ ਖਿਲਾਫ ਬਾਇਸਡ ਹੈ। ਸੁਮੇਧ ਸੈਣੀ ਹਮੇਸ਼ਾ ਸਹੀ ਹੈ, ਦੁਨੀਆ ਗਲਤ ਹੈ। ਸੁਮੇਧ ਸੈਣੀ ਦੀ ਤਸ਼ੱਦਦ ਤੁਹਾਡੇ ਸਾਰੇ ਦਰਸ਼ਕ ਜਾਣਦੇ ਆ। ਤੁਹਾਡੇ ਕਿੰਨੇ ਲੋਕਾਂ ਨੇ ਹੋਰ ਇੰਟਰਵਿਊਜ਼ ਦੇ ਵਿੱਚ ਕਿਹਾ ਕਿ ਉਹਨਾਂ ਲੋਕਾਂ ਨੂੰ ਇਨਸਾਫ ਦਿਵਾਉਣਾ ਵੈਂਡੇਟਾ ਕਹਿਲਾਊਗਾ? ਇਹਦਾ ਜਵਾਬ ਤੁਸੀਂ ਕਾਗਜ਼ਾਂ 'ਚ ਨਾ ਲੱਭੋ, ਆਪਣੇ ਦਿਲ ਤੋਂ ਪੁੱਛੋ ਕਿ ਕੀ ਇਨਸਾਫ ਦੀ ਇੱਕ ਮਿਸਾਲ ਕਾਇਮ ਕਰਨਾ ਕਿ ਇੱਕ ਬੰਦਾ ਜਦੋਂ ਤਸ਼ੱਦਦ ਕਰਦਾ, ਵਰਦੀ ਦੀ ਦੁਰਵਰਤੋਂ ਕਰਦਾ, ਜਿੰਨੇ ਮਰਜ਼ੀ ਸੀਨੀਅਰ ਰੈਂਕ ਤੱਕ ਜਾਵੇ, ਉਹਨੂੰ ਜਿੰਨੀ ਮਰਜ਼ੀ ਕਿਸੇ ਦੀ ਸਪੋਰਟ ਹੋਵੇ, ਭਾਵੇਂ ਕੋਈ MLA ਉਹਦਾ ਦੋਸਤ ਹੋਵੇ ਜਿਹੜਾ ਪਾਵਰ ਦੇ ਵਿੱਚ ਹੋਵੇ, ਤਾਂ ਵੀ ਉਸ ਬੰਦੇ ਨੂੰ ਕਾਨੂੰਨ ਦੇ ਸ਼ਿਕੰਜੇ 'ਚ ਲੈ ਕੇ ਉਹਨੂੰ ਸਜ਼ਾ ਦਿਵਾਉਣਾ, ਇੱਕ ਮਿਸਾਲ ਕਾਇਮ ਕਰਨ ਦੀ ਇਸ ਚੀਜ਼ ਦੀ ਲੋੜ ਹੈ ਜਾਂ ਨਹੀਂ? ਮੇਰੇ ਓਪੀਨੀਅਨ ਦੇ ਵਿੱਚ ਲੋੜ ਬਹੁਤ ਜ਼ਿਆਦਾ ਹੈ, ਤਾਂ ਕਿ ਵਰਦੀ ਵਾਲਿਆਂ ਨੂੰ ਉਹਨਾਂ ਦਾ ਫਰਜ਼ ਯਾਦ ਕਰਾਇਆ ਜਾ ਸਕੇ ਔਰ ਇਹ ਮਿਸਾਲ ਕਾਇਮ ਕੀਤੀ ਜਾਏ ਕਿ ਦੁਬਾਰਾ ਕੋਈ ਵੀ ਕਦੇ ਵੀ ਕਾਨੂੰਨ ਨੂੰ ਇਸ ਤਰ੍ਹਾਂ ਤੋੜਨ ਦੀ ਹਿੰਮਤ ਨਾ ਕਰੇ। ਆਪਣਾ ਫਰਜ਼ ਯਾਦ ਰੱਖਣ ਕਿ ਲੋਕਾਂ ਨੂੰ ਬਚਾਉਣਾ ਇਹਨਾਂ ਦਾ ਫਰਜ਼ ਹੈ, ਨਾ ਕਿ ਇਨੋਸੈਂਟ ਲੋਕਾਂ ਨੂੰ ਟੈਰਰਿਸਟ ਬਣਾਉਣਾ ਜਾਂ
ਉਸ ਚੀਜ਼ ਦੇ ਉੱਤੇ ਲੋਕਾਂ ਦੀ ਜਾਨ ਲੈਣਾ। ਇੱਕ ਛੋਟੀ ਜਿਹੀ ਗੱਲ ਮੈਂ ਹੋਰ ਇੱਥੇ ਕਹਾਂਗਾ, ਮੈਂ ਸਪੈਸ਼ਲ ਤਾਰੀਫ ਕਰਾਂਗਾ ਮੁਲਤਾਨੀ ਫੈਮਿਲੀ ਦੀ, ਜਿਹਨੇ 29 ਸਾਲ ਕਾਨੂੰਨੀ ਲੜਾਈ ਲੜੀ। ਕੋਈ ਵੀ ਬੰਦਾ ਹਿੰਮਤ ਹਾਰ ਕੇ ਹਥਿਆਰ ਚੁੱਕ ਲੈਂਦਾ ਹੈ, ਪਰ ਇਸ ਟੱਬਰ ਨੇ ਹਿੰਮਤ ਨਹੀਂ ਹਾਰੀ, ਕਾਨੂੰਨੀ ਲੜਾਈ ਲੜੀ। ਸਾਨੂੰ ਇਹਨਾਂ ਤੋਂ ਸਿੱਖਣਾ ਚਾਹੀਦਾ ਹੈ ਔਰ ਇਸੇ ਮਸ਼ਾਲ ਨੂੰ, ਇਨਸਾਫ ਦੇ ਵਿੱਚ ਵਿਸ਼ਵਾਸ ਰੱਖਣ ਦੀ, ਇਨਸਾਫ ਦੀ ਮਸ਼ਾਲ ਨੂੰ ਅੱਗੇ ਲੈ ਕੇ ਚੱਲਣਾ ਚਾਹੀਦਾ ਹੈ, ਤਾਂ ਕਿ ਇਨਸਾਫ ਦੀ ਇੱਕ ਐਗਜ਼ਾਮਪਲ ਸੈੱਟ ਹੋਵੇ ਔਰ ਲੋਕੀ ਕਾਨੂੰਨ ਦੇ ਵਿੱਚ ਵਿਸ਼ਵਾਸ ਰੱਖਣ। ਸੁਮੇਧ ਸਿੰਘ ਸੈਣੀ ਦੀਆਂ ਕੀਤੀਆਂ ਹੋਰ ਤਸ਼ੱਦਦ ਜਿਹੜੀਆਂ ਲੋਕਾਂ ਨਾਲ ਕੀਤੀਆਂ ਨੇ, ਤਸ਼ੱਦਦ ਬਾਹਰ ਆਵੇ, ਹੋਰ ਲੋਕੀ ਅੱਗੇ ਆਉਣ ਔਰ ਇਹਨੂੰ ਇਹਦੇ ਸਾਰੇ ਪਾਪਾਂ ਦੀ ਸਜ਼ਾ ਮਿਲੇ, ਨਾ ਕਿ ਸਿਰਫ ਇੱਕ ਜਾਂ ਦੋ ਕੀਤੇ ਪਾਪਾਂ ਦੀ। ਸੋ ਇਸ ਕਰਕੇ ਵੈਂਡੇਟਾ ਤੇ ਜਿਹਨੂੰ ਡਾਊਟ ਹੋਵੇ ਉਹ ਉਹਨਾਂ ਟੱਬਰਾਂ ਨੂੰ ਪੁੱਛੋ ਜਿਨ੍ਹਾਂ ਨੇ ਆਪਣੇ ਜੀ ਗਵਾਏ ਹੈ ਸੁਮੇਧ ਸਿੰਘ ਸੈਣੀ ਦੀ ਕੀਤੀ ਤਸ਼ੱਦਦ ਕਰਕੇ, ਝੂਠੇ ਕੇਸਿਸ ਕਰਕੇ, ਕਿ ਕੀ ਉਹ ਵੈਂਡੇਟਾ ਕਹਿਲਾਊਗਾ ਜੇ ਉਹਨਾਂ ਨੂੰ ਅੱਜ ਇਨਸਾਫ ਦਵਾਈਏ। ਔਰ ਜੇ ਉਹਨਾਂ ਨੂੰ ਇਨਸਾਫ ਨਾ ਦਵਾਇਆ, ਕੀ ਇਹ ਸਾਡੇ ਜੁਡੀਸ਼ੀਅਲ ਸਿਸਟਮ ਤੇ, ਸਾਡੇ ਇਨਸਾਫ ਦੇ ਉੱਤੇ, ਸਾਡੀ ਪੁਲਿਸ ਇਨਵੈਸਟੀਗੇਸ਼ਨ ਦੇ ਉੱਤੇ ਐਂਡ ਸਾਡੇ ਪੋਲੀਟੀਕਲ ਸਿਸਟਮ ਤੇ ਇੱਕ ਬਹੁਤ ਵੱਡੀ ਫੇਲਿਅਰ ਦੀ ਸਟੈਂਪ ਨਹੀਂ ਲੱਗੂਗੀ ਕਿ ਉਹਨਾਂ ਲੋਕਾਂ ਨੂੰ ਇਨਸਾਫ ਨਹੀਂ ਮਿਲ ਸਕਿਆ? ਵਿਰਕ ਸਾਹਿਬ, ਮੈਂ ਜਿਹੜੀ ਤੁਸੀਂ ਗੱਲ ਕਹੀ ਹੈ ਬਈ ਇਨਸਾਫ ਦਿਵਾਉਣ ਦੀ, ਮੈਂ ਥੋੜ੍ਹਾ ਜਿਹਾ ਆਪਣੇ ਦਰਸ਼ਕਾਂ ਨੂੰ ਦੱਸ ਦਿਆਂ, ਥੋੜ੍ਹਾ ਜਿਹਾ ਮੈਂ ਦੁਬਾਰਾ ਯਾਦ ਕਰਾ ਦਿਆਂ। ਵੈਸੇ ਤਾਂ ਸਾਡੇ ਦਰਸ਼ਕਾਂ ਨੂੰ ਯਾਦ ਹੋ ਹੀ ਗਿਆ ਹੈ, ਲੇਕਿਨ ਮੈਂ ਫਿਰ ਵੀ ਕੁਝ ਯਾਦ ਕਰਾ ਦਾਂ ਕਿ ਫੂਲਾ ਸੀ ਇੱਕ ਬਹੁਤ ਵੱਡਾ ਗੈਂਗਸਟਰ ਔਰ ਉਹਦੇ ਨਾਲ ਵੀ ਸੁਮੇਧ ਸਿੰਘ ਸੈਣੀ ਦੇ ਬੜੇ ਕਰੀਬੀ ਰਿਲੇਸ਼ਨ ਰਹੇ ਨੇ। ਅਮਨ ਸਕੋਡਾ ਉਹ ਵੀ ਗੈਂਗਸਟਰ ਸੀ, ਉਹਦੇ ਨਾਲ ਵੀ ਬੜੇ ਕਰੀਬੀ ਰਿਲੇਸ਼ਨ ਰਹੇ ਨੇ। ਤੇ ਹੁਣ ਜਿਸ ਤਰ੍ਹਾਂ ਪਰਮਿੰਦਰ ਪਿੰਕੀ ਨੇ, ਇਹ ਐਮਐਲਏ ਨੇ, ਇਹ ਪੋਲੀਟੀਸ਼ੀਅਨ ਨੇ, ਤੇ ਉਹਦੇ ਹਰ ਤਰ੍ਹਾਂ ਦੇ ਬੰਦੇ ਨਾਲ ਰਿਲੇਸ਼ਨ ਰਹੇ ਨੇ, ਅਫਸਰਾਂ ਨਾਲ, ਪੋਲੀਟੀਸ਼ੀਅਨਾਂ ਨਾਲ। ਔਰ ਭਾਵੇਂ ਅਕਾਲੀ ਦਲ ਦੇ ਹੋਣ ਐਮਐਲਏ ਜਾਂ ਪੋਲੀਟੀਸ਼ੀਅਨ ਹੋਣ ਸੀਨੀਅਰ, ਜਾਂ ਕਾਂਗਰਸ ਪਾਰਟੀ ਦੇ ਐਮਐਲਏ ਹੋਣ, ਪੋਲੀਟੀਸ਼ੀਅਨ ਹੋਣ ਸੀਨੀਅਰ, ਉਹ ਸਾਰੇ ਉਹਦੇ ਬੜੇ ਕਰੀਬੀ ਰਹੇ ਨੇ। ਔਰ ਤਾਂ ਹੀ ਉਹ ਇੱਕ ਐਡਾ ਵੱਡਾ ਆਪਣਾ ਔਹਰਾ ਕ੍ਰੀਏਟ ਕਰ ਪਾਇਆ, ਉਹ ਆਪਣੀ ਇੰਨੀ ਦਹਿਸ਼ਤ ਤਸ਼ੱਦਦ ਲੋਕਾਂ 'ਤੇ ਕਰ ਪਾਇਆ, ਕਿਉਂਕਿ ਉਹਨੂੰ ਪਿੱਛੋਂ ਕਿਸੇ ਨਾ ਕਿਸੇ ਦੀ ਛਤਰ ਛਾਇਆ ਸੀ, ਜਾਂ ਅਸੀਂ ਕਹਿ ਸਕਦੇ ਹਾਂ ਸਪੋਰਟ ਸੀਗੀ। ਤੇ ਇਹ ਜਿਵੇਂ ਵਿਰਕ ਸਾਹਿਬ ਨੇ ਗੱਲ ਕਹੀ ਕਿ ਬਈ ਕਿਸੇ ਇੱਕ ਪਰਿਵਾਰ ਨੂੰ ਇਨਸਾਫ ਦਿਵਾਉਣਾ ਜਿਹੜਾ ਹੈਗਾ ਪੋਲੀਟੀਕਲ ਵੈਂਡੇਟਾ ਹੈ, ਇਹ ਬਹੁਤ ਵੱਡਾ ਇੱਕ ਸਵਾਲ ਹੈ। ਔਰ ਅਸੀਂ ਚਾਹਾਂਗੇ ਸਾਡੇ ਦਰਸ਼ਕ ਇਸ ਸਵਾਲ ਦਾ ਜਵਾਬ ਦੇਣ ਕਮੈਂਟਾਂ ਦੇ ਵਿੱਚ, ਔਰ ਉਮੀਦ ਕਰਦੇ ਹਾਂ ਕਿ ਮੁਲਤਾਨੀ ਪਰਿਵਾਰ ਨੂੰ ਜਸਟਿਸ ਮਿਲੇਗਾ ਔਰ ਵਿਰਕ ਸਾਹਿਬ ਦੀਆਂ ਮਿਹਨਤ ਜਿਹੜੀ ਹੈਗੀ ਹੈ ਉਹ ਰੱਬ ਉਹਨੂੰ ਚਾਰ ਚੰਦ ਲਾਏਗਾ। ਬਾਕੀ ਹੁਣ ਆਉਣ ਵਾਲਾ ਵਕਤ ਦੱਸੇਗਾ ਵੀ ਇਹ ਕੇਸ ਕਿਸ ਪਾਸੇ ਮੋੜ ਲੈਂਦਾ ਹੈ। बहुत बहुत धन्यवाद साढ़े सारे दर्शकों का साढ़े नाल जुड़न दा। नेशनल बस पर लेटेस्ट न्यूज और एंटरटेनमेंट वीडियोस देखने के लिए सब्सक्राइब करें, लाइक करें, कमेंट करें और शेयर करें। थैंक्स फॉर वॉचिंग।